ਬਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਥੈਂਕ ਯੂ ਜੀ। ਤੇ ਬਲ ਸਾਹਿਬ ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਆਪਾਂ ਸਾਂਝੀਆਂ ਕਰੀਏ ਜੀ। ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਪਰ ਜਿੱਥੇ ਬੜੀ ਦੁਨੀਆ ਭਰ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖੁਸ਼ੀ ਮਨਾਈ ਜਾਣੀ ਸੀ, ਮਨਾਈ ਜਾ ਰਹੀ ਹੈ, ਪਰ ਉਹ ਇਸ ਵਾਰ ਥੋੜ੍ਹੀ ਜਿਹੀ ਖੁਸ਼ੀ ਜਿਹੜੀ ਹੈ ਜੀ ਉਹ ਐਡੀਸ਼ਨਲ ਹੋ ਗਈ ਹੈ, ਐਡ ਔਨ ਹੋ ਗਈ ਹੈ। ਥੋੜ੍ਹੀ ਕਹੀਏ ਬਲਕਿ ਬਹੁਤ ਜ਼ਿਆਦਾ ਐਡ ਔਨ ਹੋ ਗਈ ਹੈ। ਦੱਸੋ ਪਹਿਲਾਂ ਤਾਂ ਤੁਹਾਡੇ ਵਿਚਾਰ। ਪਹਿਲਾਂ ਤੇ ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ਾਹੀ ਜਿਹੜੇ ਸਿੱਖ ਧਰਮ ਦੇ ਮੋਢੀ ਸਨ ਜੀ, ਉਹਨਾਂ ਦਾ ਜਨਮ 552 ਵਰੇ ਪਹਿਲਾਂ, ਅੱਜ ਤੋਂ 552 ਵਰੇ ਪਹਿਲਾਂ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਨੂੰ ਰਾਏ ਭੋਜ ਦੀ ਤਲਵੰਡੀ ਕਹਿੰਦੇ ਸਨ। ਰਾਏ ਬੁਲਾਰ ਦਾ ਉਹ ਇਲਾਕਾ ਸੀ ਜੀ, ਚੌਧਰੀ ਸੀ ਉੱਥੇ, ਤੇ ਉਹ ਤਲਵੰਡੀ ਦਾ ਪਿੰਡ ਦਾ ਨਾਂ ਸੀ ਜਿਹਨੂੰ ਅੱਜ ਅਸੀਂ ਨਨਕਾਣਾ ਸਾਹਿਬ ਕਹਿੰਦੇ ਹਾਂ। ਹੁਣ ਤੇ ਖੈਰ ਜ਼ਿਲ੍ਹਾ ਬਣ ਗਿਆ ਜੀ। ਪਾਕਿਸਤਾਨ ਦੇ ਵਿੱਚ ਜ਼ਿਲ੍ਹਿਆਂ ਦਾ ਬਹੁਤ ਵਾਧਾ ਹੋਇਆ, ਜਿਵੇਂ ਸਾਡੇ ਪੰਜਾਬ 'ਚ ਬਹੁਤ ਜ਼ਿਲ੍ਹੇ ਵਧੇ ਨੇ। ਔਰ ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਜਨਮ ਹੁੰਦਾ ਹੈ ਜੀ 1469 ਈਸਵੀ ਦੇ ਵਿੱਚ। ਉਦੋਂ ਵੀ ਜਿਹੜੇ ਦੇਸ਼ ਦੇ ਹਾਲਾਤ ਐਸੇ ਹੀ ਸਨ ਜਿਹੜੇ ਅੱਜ ਆਪਾਂ ਮੁਲਕਾਂ ਦੇ ਦੇਖਦੇ ਹਾਂ, ਖਾਸ ਕਰਕੇ ਸਾਡੇ ਪਿਛਲੇ ਮੁਲਕ ਹਿੰਦੁਸਤਾਨ ਦੇ ਹਾਲਾਤ। ਅੱਜ ਤੇ ਬੇਸ਼ੱਕ ਕੋਈ ਅੱਛੀ ਖਬਰ ਆਈ ਹੈ ਉੱਥੋਂ, ਪਰ ਜਿਹੜੀ ਅਜਾਰਕਤਾ, ਜਿਹੜੀ ਉੱਥੇ ਬੇਵਿਸ਼ਵਾਸੀ ਤੇ ਜੋ ਲੁੱਟ ਖੋਹਾਂ ਜਿਹੜੀਆਂ ਹੋ ਰਹੀਆਂ ਸਨ, ਲੋਕਾਂ ਦੇ ਵਿੱਚ ਬੇਪ੍ਰਤੀਤੀ, ਬੇਵਿਸ਼ਵਾਸੀ, ਇਸੇ ਤਰ੍ਹਾਂ ਦੇ ਹਾਲਾਤ ਉਸ ਸਮੇਂ ਦੇ ਵਿੱਚ ਹੀ ਸਨ। ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ ਔਰ ਫਿਰ ਉਹਨਾਂ ਨੇ 70 ਵਰੇ, ਅਗਲੇ 70 ਵਰੇ ਉਹਨਾਂ ਦਾ ਜਿਹੜਾ ਜੀਵਨ ਕਾਲ ਹੈ, ਉਹਨਾਂ ਦਾ ਉਦਾਸੀਆਂ ਦਾ ਸਮਾਂ ਹੈ। ਇੰਨਾ ਉਹਨਾਂ ਨੇ ਪੈਦਲ ਹੀ ਸਾਰੇ ਚੌਂ ਕੂਟਾਂ ਵੱਲ ਗਏ ਨੇ ਉਹ। ਔਰ ਬਹੁਤ ਵੱਡੀ ਜਿਹੜੀ ਆ ਉਹ ਜਿਹੜੀ ਬਾਣੀ ਹੈ, ਜਿਸ ਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ, ਉਹ ਕਵਿਤਾ ਵੀ ਜਿਹੜੀ ਰਚੀ ਹੈ ਉਹਨਾਂ ਨੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਲੋਕਾਂ ਨੂੰ ਮੈਸੇਜ ਦਿੱਤਾ ਹੈ। ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਗੁਰੂ ਨਾਨਕ ਨੂੰ ਸਾਂਝਾ ਪੀਰ ਆਖਿਆ ਗਿਆ ਹੈ। ਗੁਰੂ ਹਿੰਦੂ ਵੀ ਮੰਨਦੇ ਨੇ, ਮੁਸਲਮਾਨ ਵੀ ਮੰਨਦੇ ਨੇ, ਸਿੱਖਾਂ ਨੇ ਤੇ ਮੰਨਣਾ ਹੀ ਮੰਨਣਾ ਹੈ ਉਹਨਾਂ ਦਾ, ਤੇ ਉਹ ਮੁੱਢ ਹੈ ਜੀ। ਅੱਜ ਉਹਨਾਂ ਦਾ ਪ੍ਰਕਾਸ਼ ਉਤਸਵ ਹੈ, ਤਾਂ ਅਗਲੀ ਗੱਲ ਆਪਾਂ ਇਸ ਤੋਂ ਤੋਰਦੇ ਹਾਂ। ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਦਾ ਹੀ ਕੁਝ ਵਾਸਾ ਹੋਇਆ ਹੈ। ਉਹਨਾਂ ਦੇ ਇਸ ਪ੍ਰਕਾਸ਼ ਉਤਸਵ ਦਾ, ਜਨਮ ਦਿਨ ਦਾ ਹੀ ਕੋਈ ਵਾਸਾ ਪ੍ਰਾਈਮ ਮਿਨਿਸਟਰ ਮੋਦੀ ਦੇ ਮਨ ਦੇ ਵਿੱਚ ਹੋਇਆ, ਜਿਹੜਾ ਉਹ ਪੋਜ਼ੀਟਿਵਿਟੀ ਵੱਲ ਨੂੰ ਵਧੇ ਨੇ। ਤੇ ਉਸ ਵੱਲ ਵਧਦਿਆਂ ਉਹਨਾਂ ਨੇ ਇੱਕ ਬਹੁਤ ਵੱਡਾ ਲੰਬਾ ਸੰਘਰਸ਼, ਕਈ ਵਾਰੀ ਉਹ ਜਿਹੜਾ ਸੰਘਰਸ਼ ਹੈ ਖੂਨੀ ਸੰਘਰਸ਼ ਵੀ ਹੋ ਨਿਬੜਿਆ। ਬੇਸ਼ੱਕ 26 ਜਨਵਰੀ ਇਸ ਸਾਲ ਦੀ ਗੱਲ ਕਰੀਏ, ਜਾਂ ਲਖੀਮਪੁਰ ਖੀਰੀ ਦੀ ਘਟਨਾ ਦੀ ਗੱਲ ਕਰੀਏ, ਜਾਂ ਮਹੀਨਾ ਕੁ ਪਹਿਲਾਂ ਜਿਹੜੀਆਂ 3 ਬੀਬੀਆਂ ਸਾਡੀਆਂ ਉੱਥੇ ਮੋਰਚੇ ਦੇ ਵਿੱਚ ਘਰ ਨੂੰ ਆਉਣ ਨੂੰ ਤਿਆਰ ਸਨ, ਜੀਟੀ ਰੋਡ ਤੇ ਬੈਠੀਆਂ ਸਨ, ਉਹ ਦਰੜੀਆਂ ਗਈਆਂ, ਕੁਚਲੀਆਂ ਗਈਆਂ। 360 ਦਿਨਾਂ ਦਾ ਇਹ ਜਿਹੜਾ ਇਤਿਹਾਸ ਹੈ, ਤੇ ਇਸ ਤੋਂ ਸੰਘਰਸ਼ ਹੈ ਸ਼ੰਭੂ ਟਿੱਕਰੀ ਦੇ ਮੋਰਚਿਆਂ ਤੇ ਇਸ ਤੋਂ ਜਿਹੜੀਆਂ ਡਬਲ ਜਿਹੜੀਆਂ ਸ਼ਹਾਦਤਾਂ ਕਿਸਾਨਾਂ ਦੀਆਂ ਹੋ ਚੁੱਕੀਆਂ ਨੇ, ਉਹਦੇ ਵਿੱਚ ਨਾ ਸਿਰਫ ਪੰਜਾਬ ਦੇ ਕਿਸਾਨ ਨੇ, ਸਗੋਂ ਹਰਿਆਣੇ ਦੇ, ਉੱਤਰਾਖੰਡ ਦੇ, ਯੂਪੀ ਦੇ ਤੇ ਹੋਰ ਵੀ ਕਈ ਸਾਰੇ ਮੁਲਕ ਦੇ ਹੀ ਕਿਸਾਨ ਸਨ। ਬਹੁਤ ਵੱਡਾ ਸੰਘਰਸ਼, ਬੜੀ ਦ੍ਰਿੜਤਾ ਦੇ ਨਾਲ ਜਿਹੜੀਆਂ 32 ਸਾਡੀਆਂ ਜਥੇਬੰਦੀਆਂ ਉਹਨਾਂ ਨੇ ਲੜਿਆ, ਔਰ ਉਹਨਾਂ ਨੇ ਆਪਣਾ ਪੱਖ ਹਰ ਤਰੀਕੇ ਦੇ ਨਾਲ, ਇਕੱਲੇ ਜੋਸ਼ ਦੇ ਨਾਲ ਨਹੀਂ, ਹੋਸ਼ ਦੇ ਨਾਲ ਵੀ, ਔਰ ਬਕਾਇਦਾ ਕਾਗਜ਼ ਤੇ ਸਮਝਾਉਣ ਦੀ ਸਰਕਾਰ ਨੂੰ ਕੋਸ਼ਿਸ਼ ਕੀਤੀ ਕਿ ਕਿੰਨੀ ਤਬਾਹੀ ਹੋ ਜਾਵੇਗੀ ਜੇ ਇਹ ਸਾਰਾ ਕੁਛ ਹੀ ਜਿਹੜੇ ਸਰਮਾਏਦਾਰ ਲੋਕਾਂ ਦੇ ਹੱਥਾਂ ਦੇ ਵਿੱਚ ਚਲਾ ਗਿਆ। ਤੇ ਹਿੰਦੁਸਤਾਨ ਹਾਲੇ ਵੀ ਗਰੀਬ ਮੁਲਕ ਹੈ, ਉਹਦੇ ਗਰੀਬ ਲੋਕ ਹੋਰ ਗਰੀਬ ਹੋ ਜਾਣਗੇ, ਔਰ ਜਿਹੜੀ ਮੁਲਕ ਦੀ ਤਬਾਹੀ ਹੋ ਜਾਵੇਗੀ। ਅਖੀਰ ਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਨੂੰ ਇਸ ਗੱਲ ਦੀ ਸਮਝ ਆ ਗਈ ਹੈ। ਉਹਨਾਂ ਨੇ ਜਿਹੜਾ ਉਹ ਵਾਪਸ ਲਾਏ ਨੇ ਤਿੰਨੇ ਕਾਨੂੰਨ, ਤੇ ਹੁਣ ਜਲਦੀ ਹੀ ਕਹਿੰਦੇ ਨੇ 29 ਨਵੰਬਰ ਨੂੰ ਸ਼ਾਇਦ ਪਾਰਲੀਮੈਂਟ ਦੇ ਵਿੱਚ ਪਾਸ ਕਰ ਦੇਣਗੇ। ਕਿਸਾਨ ਲੀਡਰ ਉੱਥੇ ਬੈਠੇ ਨੇ, ਉਹ ਕਹਿੰਦੇ ਅਸੀਂ ਵੇਟ ਕਰਾਂਗੇ ਕਿ ਇਹ ਉੱਥੇ ਜਿਹੜਾ ਕਾਨੂੰਨ ਬਣ ਜਾਵੇ। ਤੇ ਮੈਂ ਦੋਨਾਂ ਪਾਸਿਆਂ ਨੂੰ ਹੀ ਮੈਂ ਸਮਝਦਾ ਵਧਾਈ ਦੇ ਪਾਤਰ ਨੇ। ਈਵਨ ਸਰਕਾਰ ਟੂ ਮੋਦੀ ਸਾਹਿਬ ਦਾ ਵੀ ਧੰਨਵਾਦ, ਕਿਸਾਨਾਂ ਦਾ, ਤੇ ਜਿਹਨਾਂ ਨੇ ਮੋਰਚੇ ਨੂੰ ਸਪੋਰਟ ਕੀਤੀ ਹੈ ਦੇਸ਼ਾਂ ਵਿਦੇਸ਼ਾਂ ਤੋਂ, ਉੱਥੋਂ ਸਾਰਿਆਂ ਦਾ ਬਹੁਤ ਧੰਨਵਾਦ ਤੇ ਸਾਰਿਆਂ ਨੇ ਮੁਬਾਰਕਾਂ ਜੀ। ਬਲ ਸਾਹਿਬ ਇਹਦੇ ਵਿੱਚ ਇੱਕ ਚੀਜ਼ ਜਿੱਥੇ ਆਪਾਂ ਜ਼ਿਕਰ ਕਰਨੀ ਬਹੁਤ ਲਾਜ਼ਮੀ ਹੈ, ਜਿੱਥੇ ਅਫਕੋਰਸ ਆਪਾਂ ਜੇ ਗੱਲ ਕਰੀਏ ਤਾਂ ਜਿਹੜੇ ਕਿਸਾਨੀ ਜਥੇਬੰਦੀਆਂ ਨੇ ਜਾਂ ਜਿਹੜੇ ਉਹਨਾਂ ਦੇ ਲੀਡਰ ਨੇ, ਉਹ ਕੋਈ ਇੰਨੇ ਕੱਚੇ ਖਿਡਾਰੀ ਤਾਂ ਹੈ ਨਹੀਂ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਕਈ ਵਾਰ ਇਹ ਹੁੰਦਾ ਕਿ ਪਬਲਿਕ ਦੇ ਵਿੱਚ, ਲੋਕਾਂ ਦੇ ਵਿੱਚ ਇਹਦਾ ਰਿਐਕਸ਼ਨ ਜਿਹੜਾ ਉਹ ਇਸ ਰੂਪ ਦੇ ਵਿੱਚ ਹੋ ਸਕਦਾ ਹੁੰਦਾ ਕਿ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਵੇਂ ਪਹਿਲਾਂ ਵੀ ਇੱਕ ਸ਼ਬਦ ਵਰਤਿਆ ਸੀ ਕਿ ਚਾਂਗੜਾ ਮਾਰਨ ਲੱਗ ਜਾਈਦਾ। ਕਈ ਵਾਰੀ ਅਸੀਂ ਬਹੁਤ ਜ਼ਿਆਦਾ ਉਹਨੂੰ ਓਵਰ ਐਕਸਾਈਟਿਡ ਹੋ ਜਾਈਦਾ
ਕਈ ਵਾਰ ਅਸੀਂ ਉਸ ਚੀਜ਼ ਦੇ ਉੱਤੇ ਕਿਸੇ ਦੂਸਰਿਆਂ ਨੂੰ ਦਬਾਉਣ ਦੇ ਲਈ ਤੇ ਆਪਣਾ ਜ਼ੋਰ ਜਾਂ ਆਪਣਾ ਜੋਸ਼ ਜਾਂ ਆਪਣੀ ਜਿੱਤ ਜਿਹੜੀ ਦਿਖਾਉਣ ਦੇ ਲਈ ਕੋਈ ਅਲੱਗ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨ ਦੀ ਵੀ ਕਈ ਵਾਰੀ ਸਾਨੂੰ ਪਤਾ ਕਿ ਕਿਤੇ ਨਾ ਕਿਤੇ ਸਾਨੂੰ ਸਾਡੇ ਸਾਹਮਣੇ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅਸੀਂ ਵਾਪਰਦੀਆਂ ਦੇਖੀਆਂ ਸੁਣੀਆਂ ਨੇ। ਇਹਦੇ ਬਾਰੇ 'ਚ ਕੀ ਕਹੋਗੇ ਇਸ ਵਾਰ? ਇੱਕ ਤੇ ਮੈਂ ਸਮਝਦਾ ਕਿ ਹਿੰਦੁਸਤਾਨ ਦੀ ਇੰਟਰਨਲ ਫਾਈਟ ਸੀ ਜੀ। ਬੇਸ਼ੱਕ ਅਸੀਂ ਵਿਦੇਸ਼ਾਂ ਦੇ ਜੁੜੇ ਹੋਏ ਹਾਂ, ਸਾਡਾ ਪਿਛੋਕੜ ਪੰਜਾਬ ਦੇ ਵਿੱਚ ਹੈ ਤੇ ਉਹ ਸਾਨੂੰ ਦੁੱਖ ਤੇ ਹੁੰਦਾ ਹੀ ਹੈ ਜੀ। ਸਾਨੂੰ ਜਦੋਂ ਸਾਡੇ ਭੈਣ ਭਰਾ ਉੱਥੇ ਬਾਰਡਰਾਂ ਤੇ ਬੈਠੇ ਨੇ, ਸਾਡੇ ਬਜ਼ੁਰਗ ਠੰਡ ਦੇ ਵਿੱਚ ਤੇ ਤਪਦੀਆਂ ਜਿਹੜੀਆਂ ਹਾੜ ਦੀਆਂ ਧੁੱਪਾਂ ਦੇ ਵਿੱਚ ਬੈਠੇ ਨੇ ਤੇ ਝੱਖੜ ਵੀ ਆਏ ਨੇ ਉੱਤੇ, ਸਾਰਾ ਕੁਛ ਉੱਥੇ ਹੋਇਆ। ਅਸੀਂ ਉਹ ਬਿਲਕੁਲ ਕੁਦਰਤੀ ਤੌਰ ਤੇ ਉਹਨਾਂ ਨਾਲ ਜੁੜੇ ਹੋਏ ਹਾਂ, ਪਰ ਫਿਰ ਵੀ ਜੇ ਦੇਖਿਆ ਜਾਵੇ ਸੰਵਿਧਾਨਕ ਤੌਰ ਤੇ ਇਹ ਮਸਲਾ ਬਿਟਵੀਨ ਗਵਰਨਮੈਂਟ ਆਫ ਇੰਡੀਆ ਐਂਡ ਜਿਹੜੇ ਪੀਜ਼ੈਂਟਰੀ ਸੀਗੀ ਹਿੰਦੁਸਤਾਨ ਦੀ, ਉਹਨਾਂ ਦੇ ਵਿਚਾਲੇ ਸੀ। ਮੈਂ ਸਮਝਦਾ ਕਿ ਜਦੋਂ ਉਹਦਾ ਕੋਈ ਰੈਜ਼ੋਲੂਸ਼ਨ ਹੁੰਦਾ ਹੈ, ਜਦੋਂ ਰਿਜ਼ੋਲਵ ਕਰਦਾ ਨੇ ਪਰਿਵਾਰ ਦੇ ਵਿੱਚ ਬੈਠ ਕੇ ਉਹ ਗੱਲ ਹੋ ਜਾਂਦੀ ਹੈ, ਉਹਦੇ ਵਿੱਚ ਕੋਈ ਜਿੱਤ ਹਾਰ ਵਾਲੀ ਗੱਲ ਨਹੀਂ। ਇਹੀ ਮੇਰਾ ਖਿਆਲ ਰਾਜੇਵਾਲ ਸਾਹਿਬ ਨੇ ਗੱਲ ਕਹੀ ਹੈ। ਇਹ ਠੀਕ ਹੈ ਕਿ ਜਦੋਂ ਤੁਸੀਂ ਐਡਾ ਸੰਘਰਸ਼ ਲੜਦੇ ਹੋ, ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਆਪਣੀ ਗੱਲ ਮਨਾ ਲਈ ਹੈ, ਉਹ ਇੱਕ ਜਿੱਤ ਦਾ ਪ੍ਰਤੀਕ ਤੇ ਹੈ ਹੀ, ਕਿਉਂਕਿ ਸਰਕਾਰ ਤੇ ਬਿਲਕੁਲ ਮੰਨ ਹੀ ਨਹੀਂ ਰਹੀ। ਪਰ ਫਿਰ ਵੀ ਮੈਂ ਸਮਝਦਾ ਕਿ ਉਹਨਾਂ ਦਾ ਇਹ ਪਰਿਵਾਰ ਦੇ ਵਿੱਚ ਬੈਠ ਕੇ ਉਹਨਾਂ ਨੇ ਗੱਲ ਰਿਜ਼ੋਲਵ ਕਰ ਲਈ ਹੈ। ਐਡਾ ਕੋਈ ਐਕਸਾਈਟ ਹੋ ਕੇ ਕੋਈ ਗਲਤ ਗੱਲ ਕਰਨੀ ਹੈ ਜਾਂ ਕੋਈ ਹੋਰ ਕੋਈ ਸ਼ਬਦਾਵਲੀ ਇਹੋ ਜਿਹੀ ਵਰਤਣੀ, ਉਸ ਤੋਂ ਸਾਨੂੰ ਗਰੇਜ਼ ਕਰਨਾ ਪਏਗਾ ਜੀ। ਹਾਂਜੀ, ਅੱਛਾ, ਨੋਰਮਲੀ ਸਾਡੇ ਜਦੋਂ ਆਪਾਂ ਸਿੱਖ ਸਿਧਾਂਤਾਂ ਦੀ ਗੱਲ ਕਰਦੇ ਹਾਂ, ਸਿੱਖੀ ਦੇ ਫਲਸਫੇ ਦੀ ਗੱਲ ਕਰਦੇ ਹਾਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰਦੇ ਹਾਂ, ਤਾਂ ਉਹਨਾਂ ਨੇ ਆਪਾਂ ਜਦੋਂ ਵੀ ਕਿਤੇ ਧਾਰਮਿਕ ਗ੍ਰੰਥਾਂ 'ਚ ਜਾਂ ਸਾਡੇ ਗੁਰੂਆਂ ਦੀਆਂ ਜਦੋਂ ਵੀ ਅਸੀਂ ਸਿੱਖਿਆਵਾਂ ਦੀ ਗੱਲ ਕਰਦੇ ਹਾਂ ਤਾਂ ਮਨ ਨੀਵਾਂ ਮੱਤ ਉੱਚੀ ਦੀ ਗੱਲ ਰੱਖਦੇ ਹਾਂ। ਸੋ ਇੱਥੇ ਹੁਣ ਸਾਨੂੰ ਮੱਤ ਉੱਚੀ ਰੱਖਣ ਦੀ ਵੀ ਉਨੀ ਲੋੜ ਹੈ ਜਿੰਨੀ ਜੋਸ਼ ਉੱਚਾ ਸਾਡਾ ਰਿਹਾ, ਜਿੰਨਾ ਸਾਡਾ ਉਤਸ਼ਾਹ ਰਿਹਾ। ਔਰ ਇੱਥੇ ਇਹ ਵੀ ਨਾ ਹੋਵੇ ਕਿ ਕਿਤੇ ਅਸੀਂ ਇਹਨਾਂ ਨੂੰ ਫਿਰ ਦੁਬਾਰਾ ਕਿਸੇ ਪਾਰਟੀ ਲੈਵਲ ਦੇ ਉੱਪਰ, ਕਿਸੇ ਸਿਆਸੀ ਐਂਗਲ ਦੇ ਨਾਲ, ਕਿਸੇ ਧਾਰਮਿਕ ਐਂਗਲ ਦੇ ਨਾਲ ਜੋੜ ਕੇ ਕਿਤੇ ਆਪਣੀ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਘਾਟ ਕਰਵਾ ਲਈਏ ਜਾਂ ਕੋਈ ਨਾ ਕੋਈ ਨੁਕਸਾਨ ਕਰਵਾ ਲਈਏ। ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਸਮਝਦਾ ਕਿ ਸ਼ਾਬਾਸ਼ ਉਹਨਾਂ 32 ਜਥੇਬੰਦੀਆਂ ਦੇ, ਉਹਨਾਂ ਦੇ ਲੀਡਰਾਂ ਤੇ, ਵੱਡੀਆਂ ਛੋਟੀਆਂ, ਉਹਨਾਂ ਨੇ ਤੇ ਮੱਤ ਰੱਖੀ ਹੈ ਜੀ ਉੱਚੀ। ਹਾਂਜੀ, ਉਹ ਜੋ ਸਾਡਾ 1 ਸਾਲ ਦਾ ਤਜਰਬਾ ਹੈ, ਜੇ ਉਹ ਪ੍ਰੈਸ ਕਾਨਫਰੰਸ ਵੀ ਕਰਦੇ ਸਨ ਤੇ ਉਹ ਰੋਟੇਟ ਕਰਦੇ ਸਨ ਜੀ। ਉਹਦੀ ਜਿਹੜੀ ਪ੍ਰਧਾਨਗੀ ਕਰਨੀ ਹੁੰਦੀ ਸੀ ਪ੍ਰੈਸ ਕਾਨਫਰੰਸ ਦੀ, ਵੱਖ-ਵੱਖ ਤਰੀਕਿਆਂ ਦੇ ਨਾਲ। ਜੇ ਸਰਕਾਰ ਨੇ ਕਿਹਾ ਕਿ ਤੁਸੀਂ 32 ਦੇ ਵਿੱਚੋਂ 5 ਬੰਦੇ ਹੀ ਆ ਜਾਓ ਤੇ ਉਹਨਾਂ ਨੇ ਕਿਹਾ ਨਹੀਂ, ਅਸੀਂ 32 ਦੇ 32 ਆਵਾਂਗੇ ਜੀ। ਉਹਨਾਂ ਨੇ ਯੂਨਿਟੀ ਕਾਇਮ ਰੱਖੀ ਹੈ। 1-2 ਵਾਰੀ ਇਹੋ ਜਿਹਾ ਕੋਈ ਗੱਲ ਹੋਈ ਵੀ ਸੀ, ਉਹਨਾਂ ਵਿੱਚ ਵੀ ਕੋਈ ਤਲਖ ਮਜ਼ਾਜੀ ਹੋ ਗਈ, ਪਰ ਉਹ ਇਕੱਠੇ ਰਹੇ। ਸਭ ਤੋਂ ਜ਼ਿਆਦਾ ਗਿੱਲ ਸਾਹਿਬ ਜਿਹੜਾ ਮੈਂ ਸਮਝਦਾ ਇਤਿਹਾਸ ਜਿਹੜਾ ਅੱਗੇ ਗੱਲਾਂ ਕਰੇਗਾ, ਲਿਖੇਗਾ, ਪੜ੍ਹੀਆਂ ਜਾਣਗੀਆਂ, ਸੁਣੀਆਂ ਜਾਣਗੀਆਂ, ਉਹ ਇਹ ਹੈ ਕਿ ਪਹਿਲਾਂ ਅਸੀਂ ਜਾਤ ਬਰਾਦਰੀਆਂ ਦੇ ਵਿੱਚ ਵੰਡੇ ਹੋਏ ਸਾਂ, ਪਰ ਪਿਛਲੇ ਸਾਲ ਤੋਂ ਅਸੀਂ ਉਹਨਾਂ ਤੋਂ ਉੱਠ ਕੇ ਸਿਰਫ ਕਿਸਾਨ ਤੇ ਮਜ਼ਦੂਰ ਹੀ ਰਹਿ ਗਏ ਜੀ। ਅੱਜ ਹਰ ਕਿਸੇ ਦੀ ਜ਼ਬਾਨ ਤੇ ਕਿਸਾਨ ਮੋਰਚਾ, ਕਿਸਾਨ ਮੋਰਚਾ, ਕਿਸਾਨ। ਉਹਦੇ ਵਿੱਚ ਕੋਈ ਜੱਟ ਦੀ, ਜਾਟ ਦੀ ਜਾਂ ਹੋਰ ਬਹੁਤ ਸਾਰੇ ਲੋਕ ਖੇਤੀ ਕਰਦੇ ਨੇ, ਉਹਨਾਂ ਦੀ ਗੱਲ ਨਹੀਂ ਹੋ ਰਹੀ। ਔਰ ਈਵਨ ਮਜ਼ਦੂਰਾਂ ਦੀ ਵੀ ਉਹਨਾਂ ਨੇ ਆਪਣਾ ਸਲੋਗਨ ਸੀਗਾ, ਉਹ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਦੇ ਉੱਤੇ ਨਾਅਰੇ ਲੱਗੇ ਨੇ। ਇਹ ਜਿਹੜੀ ਯੂਨਿਟੀ ਹੋਈ ਆ ਨਾ, ਆਈ ਥਿੰਕ ਇਟਸ ਗੁੱਡ ਫॉर द ਕੰਟਰੀ ਟੂ ਐਂਡ ਗੁੱਡ ਫॉर द ਕਮਿਊਨਿਟੀ। ਇਹ ਜਿਹੜਾ ਕਿਸਾਨ ਲਫ਼ਜ਼ ਲੋਕਾਂ ਦੇ ਮੂੰਹ ਤੇ ਚੜ੍ਹ ਗਿਆ ਹੈ ਨਾ, ਇਹ ਆਉਣ ਵਾਲੇ ਸਮੇਂ 'ਚ ਸਾਨੂੰ ਬਹੁਤ ਸਹਾਈ ਹੋਵੇਗਾ। ਅਸੀਂ ਉਹਨਾਂ ਜਾਤਾਂ ਪਾਤਾਂ ਤੋਂ ਉੱਠ ਗਏ ਹਾਂ। ਪਹਿਲਾਂ ਅਸੀਂ ਆਪਣਿਆਂ ਨੂੰ ਅਸੀਂ ਜੱਟ ਕਿਸਾਨ ਸਾਂ, ਅਸੀਂ ਲਵਾਣੇ ਕਿਸਾਨ, ਅਸੀਂ ਕਬੋ ਸਾਂ, ਅਸੀਂ ਜਾਟ ਸਾਂ, ਅਸੀਂ ਯਾਦਵ ਸਾਂ, ਅਸੀਂ ਗੁੱਜਰ ਸਾਂ, ਅਸੀਂ ਫਲਾਣੇ ਸਾਂ। ਉਹ ਸਾਰੇ ਹੀ ਅਸੀਂ ਕਿਸਾਨ ਜਿਹੜੇ ਸਾਰਿਆਂ ਨੇ ਬੈਠ ਕੇ ਇੱਕੇ ਥਾਲੀ ਦੇ ਵਿੱਚ ਰੋਟੀਆਂ ਖਾਧੀਆਂ ਨੇ ਔਰ ਉੱਥੇ ਇੱਕ ਦੂਜੇ ਦੇ ਮੂੰਹ ਦੇ ਵਿੱਚ ਬੁਰਕੀਆਂ ਪਾਈਆਂ ਨੇ, ਇੱਕ ਦੂਜੇ ਦੀ ਸਲਾਹ ਦੇ ਨਾਲ ਕੰਮ ਕੀਤਾ। ਕੁਰਬਾਨੀਆਂ ਲੋਕਾਂ ਨੇ ਬਾਰਡਰ ਦੇ ਉੱਤੇ ਘਰ ਖੋਲ ਦਿੱਤੇ। ਮੈਂ ਵੀਡੀਓ ਦੇਖੀ ਸੀ ਕਿ ਇੱਕ ਘਰ ਦੇ ਵਿੱਚ ਜਿਹੜੀਆਂ ਪੰਜਾਬ ਤੋਂ ਸੰਘਰਸ਼ ਦੇ ਵਿੱਚ ਕੋਈ ਬੀਬੀਆਂ ਗਈਆਂ ਹੋਈਆਂ ਸਨ, ਉਸ ਘਰ ਦੇ ਵਿੱਚ ਰਹਿ ਰਹੀਆਂ ਸਨ। ਉਹਨਾਂ ਨੇ ਉਹ ਜਿਹੜਾ ਹਰਿਆਣੇ ਵਾਲਿਆਂ ਨੇ ਕਿਹਾ ਕਿ ਨਹੀਂ, ਬੰਦੇ ਤੇ ਬਾਹਰ ਸੌਂ ਸਕਦੇ ਨੇ, ਤੁਸੀਂ ਤੁਹਾਡੇ ਨਾਲ ਬੱਚੇ ਨੇ ਸਾਡੇ। ਸੋ ਇੱਕ ਦੂਜੇ ਦੇ ਨਾਲ ਮੈਂ ਸਮਝਦਾ ਕਿ ਸਾਡਾ ਵਿਆਹਾਂ ਸ਼ਾਦੀਆਂ ਤੇ ਆਉਣ ਜਾਣ ਸ਼ੁਰੂ ਹੋ ਜਾਏਗਾ, ਇੱਕ ਲੋਕਾਂ ਦੀਆਂ ਰਿਸ਼ਤੇਦਾਰੀਆਂ ਹੋ ਜਾਣਗੀਆਂ। ਔਰ ਜਿਹੜਾ ਸਾਨੂੰ ਅੱਗੇ ਡਰ ਲੱਗਦਾ ਸੀ ਨਾ ਕਿ ਅਸੀਂ ਦਿੱਲੀ ਤੋਂ ਹਰਿਆਣਾ, ਪੰਜਾਬ ਨੂੰ ਜਾਣਾ ਜਾਂ ਪੰਜਾਬ ਤੋਂ ਦਿੱਲੀ ਨੂੰ ਜਾਣਾ ਹੈ, ਇੱਕ ਲੋਕਾਂ ਦੇ ਮਨਾਂ 'ਚ ਭੈ ਹੁੰਦਾ ਸੀ, ਖਾਸ ਕਰਕੇ ਉਹ ਦੂਰ ਹੋ ਗਿਆ। ਜਿਹੜੀ ਹੌਸਪਿਟੈਲਿਟੀ ਜਿਹੜੀ ਉਹਨਾਂ ਸਾਨੂੰ ਦਿੱਤੀ ਹੈ, ਹੌਸਪਿਟੈਲਿਟੀ ਜਿਹੜੀ ਉਹ ਖਤਮ ਹੋ ਗਈ ਹੈ, ਉਹਦਾ ਸਾਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਬੜਾ ਫਾਇਦਾ ਹੋਏਗਾ। ਨਾ ਕਿ ਸਾਨੂੰ ਇਕੱਲੇ ਪੰਜਾਬੀਆਂ ਨੂੰ ਜਾਂ ਹਰਿਆਣੇ ਵਾਲਿਆਂ ਨੂੰ, ਮੈਂ ਸਮਝਦਾ ਕਿ ਸਾਰੇ ਮੁਲਕ ਨੂੰ ਉਹਦਾ ਫਾਇਦਾ ਹੋਏਗਾ। ਅੱਛਾ ਬਾਲ ਸਾਹਿਬ, ਜਿਹੜਾ ਉਹ ਇੱਕ ਜੋਸ਼ ਨਾਲ ਦੀ ਨਾਲ ਜਿਹੜੀ ਇੱਕ ਜਿਵੇਂ
ਆਪਾਂ ਗੱਲਾਂ ਸੁਣਦੇ ਹੁੰਦੇ ਸੀ ਜਦੋਂ ਗੱਲ ਐਨ ਪੂਰੇ ਜੋਬਨ 'ਤੇ ਸੀ, ਸਿਖਰਾਂ 'ਤੇ ਸੀ ਜਦੋਂ ਮੋਰਚਾ, ਤਾਂ ਜਿਹੜੀ ਉਹ ਐਕਸਾਈਟਮੈਂਟ ਸੀ, ਲੋਕ ਸਾਨੂੰ ਇਸ ਤਰ੍ਹਾਂ ਦਾ ਅਹਿਸਾਸ ਦਿੰਦੇ ਮਹਿਸੂਸ ਹੁੰਦੇ ਸੀ ਕਿ ਜਿਵੇਂ ਕੋਈ ਉਹ ਆਜ਼ਾਦੀ ਦੀ ਲੜਾਈ ਚੱਲ ਰਹੀ ਹੋਵੇ। ਉਸ ਵੇਲੇ ਜਿਸ ਤਰ੍ਹਾਂ ਦਾ ਆਪਣੇ ਦੇਸ਼ ਪ੍ਰਤੀ, ਆਪਣੇ ਕੌਮ ਦੇ ਪ੍ਰਤੀ, ਆਪਣੇ ਲੋਕਾਂ ਦੇ ਪ੍ਰਤੀ, ਆਪਣੇ ਭਾਈਚਾਰੇ ਦੇ ਪ੍ਰਤੀ ਲੋਕਾਂ ਦੇ ਵਿੱਚ ਜਜ਼ਬਾ ਹੋਵੇ, ਅਤੇ ਫਿਰ ਉੱਥੇ ਜਿਵੇਂ ਤੁਸੀਂ ਵੀ ਕਿਹਾ ਵੀ ਜਾਤਾਂ ਪਾਤਾਂ ਸਭ ਕੁਛ ਫਿਰ ਪਿੱਛੇ ਰਹਿ ਗਿਆ ਸੀ, ਜਿਹੜਾ ਸਾਨੂੰ ਵੈਸੇ ਉਹ ਰਹਿਣਾ ਹੀ ਚਾਹੀਦਾ ਹਮੇਸ਼ਾ, ਹਰ ਵੇਲੇ ਸਾਡੇ ਲਈ ਇਹ ਅਪਰੋਚ ਰਹਿਣੀ ਚਾਹੀਦੀ ਹੈ। ਪਰ ਇਹਨੇ ਸਾਨੂੰ ਯੂਨਾਈਟ ਕਰਨ ਦੇ ਲਈ ਈਵਨ ਬੇਸ਼ੱਕ ਮੀਡੀਆ ਦੇ ਪੁਆਇੰਟ ਆਫ ਵਿਊ ਤੋਂ ਵੀ ਗੱਲ ਕਰੀਏ ਤਾਂ ਹੋ ਸਕਦਾ ਕੋਈ ਥੋੜ੍ਹਾ ਬਹੁਤਾ ਸਰਕਾਰ ਪੱਖੀ ਕੋਈ ਗੱਲ ਕਰਦਾ, ਕੋਈ ਸਰਕਾਰ ਦੇ ਖਿਲਾਫ ਗੱਲ ਕਰਦਾ, ਕੋਈ ਕਿਸਾਨਾਂ ਦੇ ਪੱਖ ਦੀ ਗੱਲ ਕਰਦਾ, ਕੋਈ ਖਿਲਾਫ ਦੀ ਗੱਲ ਕਰਦਾ, ਪਰ ਸਾਨੂੰ ਇਸ ਸਾਰੇ ਮਾਹੌਲ ਦੇ ਵਿੱਚੋਂ ਸਾਰਿਆਂ ਨੂੰ ਇੱਕ ਇਹੋ ਜਿਹਾ ਸਬਕ ਸਿੱਖਣ ਲਈ ਜ਼ਰੂਰ ਮਿਲਿਆ ਕਿ ਜਦੋਂ ਇਸ ਤਰ੍ਹਾਂ ਦੀਆਂ ਕੋਈ ਲਹਿਰਾਂ ਚੱਲਦੀਆਂ ਨੇ, ਜਦੋਂ ਇਸ ਤਰ੍ਹਾਂ ਦਾ ਕੋਈ ਅੰਦੋਲਨ ਚੱਲਦਾ, ਤਾਂ ਉਹ ਜਿਹੜਾ ਔਰਾ ਹੁੰਦਾ, ਉਹ ਜਿਹੜੀ ਐਨਰਜੀ ਹੁੰਦੀ ਹੈ, ਉਹ ਜਿਹੜੀ ਤਾਕਤ ਹੁੰਦੀ ਹੈ, ਉਹ ਜਿਹੜੀ ਆਲੇ ਦੁਆਲਿਓਂ ਕੁਦਰਤ ਦੇ ਵਿੱਚੋਂ ਜਿਹੜੀ ਸਾਨੂੰ ਸ਼ਕਤੀ ਮਿਲ ਰਹੀ ਹੁੰਦੀ ਹੈ, ਉਹ ਹਰ ਮੌਕੇ ਜਾਂ ਹਰ ਕਿਸੇ ਇੱਦਾਂ ਦੇ ਸਮੇਂ ਦੇ ਉੱਤੇ ਅਨੁਭਵ ਨਹੀਂ ਕੀਤੀ ਜਾ ਸਕਦੀ ਜਿੱਥੇ ਲੋਕਾਂ ਦਾ ਇਕੱਠ ਨਾ ਹੋਵੇ। ਦੇਖੋ, ਗੱਲ ਇੱਦਾਂ ਕਿ ਗਿੱਲ ਸਾਹਿਬ, ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਨਾ, ਤੇ ਉਹਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਬਹੁਤ ਕੁਛ ਅਚੀਵ ਕੀਤਾ ਹੈ। ਹਾਂਜੀ, ਪੰਚਮ ਪਾਤਸ਼ਾਹ ਦੀ ਸ਼ਹਾਦਤ ਪਹਿਲੀ ਸ਼ਹਾਦਤ ਹੈ ਗੁਰੂ ਘਰ ਦੇ ਵਿੱਚ, ਔਰ ਸ਼ਾਂਤਪੂਰਵਕ ਤਰੀਕੇ ਨਾਲ ਉਹਨਾਂ ਨੇ ਮਿੱਥ ਕੇ ਉਹਨਾਂ ਨੂੰ ਸਿੱਖਾਂ ਨੂੰ ਕਿਹਾ ਕਿ ਸ਼ਾਂਤ ਰਹੋ। ਫਿਰ ਨੌਵੇਂ ਪਾਤਸ਼ਾਹ ਦੀ ਵੀ ਹੈ, ਹਾਲੇ ਨਾਲ ਦੇ ਭਗਤਾਂ ਨੇ ਕਿਹਾ ਸੀ ਕਿ ਅਸੀਂ ਬਹੁਤ ਕੁਛ ਕਰ ਸਕਦੇ ਹਾਂ, ਅਸੀਂ ਕਰਾਮਾਤ ਵੀ, ਉਹ ਕਹਿੰਦਾ ਕੁਛ ਨਹੀਂ ਕਰਨੀ ਹੈਗੀ ਜੀ। ਫਿਰ ਸਾਡੇ ਕੋਲ ਲੇਟਲੀ 100 ਵਰੇ ਪਹਿਲਾਂ ਦੀ ਗੱਲ ਹੈ, ਗੁਰਦੁਆਰਿਆਂ ਦਾ ਸੰਘਰਸ਼ ਜਦੋਂ ਸ਼ੁਰੂ ਹੋਇਆ ਨਾ, ਗੁਰਦੁਆਰਿਆਂ ਦੇ ਮੋਰਚੇ ਲੱਗੇ ਔਰ ਉਹ ਸ਼ਾਂਤਮਈ ਸਨ। ਉਹਨਾਂ ਦੀ ਲੀਡਰਸ਼ਿਪ ਨੇ ਵੀ ਉਦੋਂ ਕਿਹਾ ਸੀ ਵੀ ਆਪਾਂ ਗੁਰਦੁਆਰਿਆਂ ਵੱਲ ਨੂੰ ਜਥੇ ਲੈ ਕੇ ਜਾਣਾ ਹੈ, ਤੁਹਾਨੂੰ ਡਾਂਗਾ ਵੀ ਮਾਰਨਗੇ, ਕੁੱਟਣਗੇ ਵੀ, ਸਿਰ ਵੀ ਪਾੜਨਗੇ, ਗੋਲੀਆਂ ਵੀ ਚਲਾਉਣਗੇ, ਪਰ ਤੁਸੀਂ ਚੱਲਦੇ ਜਾਣਾ ਹੈ। ਔਰ ਅਸੀਂ ਉਹ 4 ਸਾਲ ਦੇ ਵਿੱਚ ਸਾਰੇ ਗੁਰਦੁਆਰੇ ਆਜ਼ਾਦ ਕਰਾਏ ਸਨ। ਹੁਣ ਵੀ ਮੈਂ ਜਦੋਂ ਰਾਜੇਵਾਲ ਸਾਹਿਬ ਦੀਆਂ ਤਕਰੀਰਾਂ ਤੁਸੀਂ ਸੁਣਦੇ ਹੋ, ਯਾਦ ਕਰਦੇ ਹੋ, ਇੱਕੋ ਹੀ ਗੱਲ ਬਾਰ-ਬਾਰ ਕਹਿੰਦੇ ਸੀ ਕਿ ਅਗਰ ਤੁਸੀਂ ਇੱਥੇ ਕੋਈ ਗਰਮੀ 'ਚ ਆ ਗਿਆ, ਕੋਈ ਲੜਾਈ ਝਗੜਾ ਕਰ ਲਿਆ, ਤੇ ਫਿਰ ਉਹਨਾਂ ਦੀ ਜਿੱਤ ਹੋਵੇਗੀ। ਜੇ ਤੁਸੀਂ ਸ਼ਾਂਤੀ ਨਾਲ ਬੈਠੇ ਰਹੇ ਤੇ ਫਿਰ ਤੁਹਾਡੀ ਜਿੱਤ ਹੋਵੇਗੀ। ਤੇ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਪਹਿਰਾ ਦਿੱਤਾ। ਪਰ ਜੇ ਇੰਨੀ ਗਿਣਤੀ ਦੇ ਵਿੱਚ ਉੱਥੇ ਲੱਖਾਂ ਹੀ ਲੋਕ ਇਕੱਠੇ ਹੋ ਜਾਣ, ਉਹਨਾਂ ਦੇ ਵਿੱਚ ਨੌਜਵਾਨ ਜਿਹੜਾ ਖੂਨ ਵੀ ਹੁੰਦਾ ਹੈ, ਤੇ ਉੱਥੇ ਉਹ ਜਿਹੜੇ ਇਮੋਸ਼ਨਸ ਵੀ ਕਈ ਵਾਰੀ ਹਾਈ ਹੋ ਜਾਂਦੇ ਨੇ, ਜਿਵੇਂ 26 ਜਨਵਰੀ ਵਾਲੇ ਦਿਨ ਵਾਲੇ ਹੋਏ ਸੀ, ਪਰ ਉਹਨਾਂ ਨੂੰ ਸਾਂਭ ਲਿਆ ਗਿਆ, ਬਾਰ-ਬਾਰ ਸਾਂਭ ਲਿਆ ਗਿਆ। ਇਹੀ ਉਹਨਾਂ ਦੀ ਜਿਹੜੀ ਲੀਡਰਸ਼ਿਪ, ਜਿਹੜੀ ਕਾਬਲੀਅਤ ਦੀ ਜਿਹੜੀ ਅੱਛੀ ਨਿਸ਼ਾਨੀ ਸੀ। ਅੱਛਾ, ਇੱਥੇ ਤੁਸੀਂ ਨੌਜਵਾਨਾਂ ਦਾ ਜ਼ਿਕਰ ਕੀਤਾ ਸਰ, ਮੇਰੇ ਨਾਲ ਇੱਕ ਕਾਲਰ ਵੀ ਨੇ, ਆਪਾਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਹਾਂ। ਜੇ ਹੋਰ ਵੀ ਸਾਡਾ ਸਰੋਤਾ ਕੋਈ ਗੱਲ ਕਰਨੀ ਚਾਹੁੰਦਾ ਹੋਵੇ, ਇੰਦਰਜੀਤ ਸਿੰਘ ਬੱਲ ਹੋਰੀ ਇਸ ਵੇਲੇ ਸਾਡੇ ਨਾਲ ਨੇ, ਤੁਸੀਂ ਆਪਣੇ ਕੋਈ ਵਿਚਾਰ ਕਿਸਾਨੀ ਅੰਦੋਲਨ ਬਾਰੇ ਜਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਦੋਸਤੋ ਤੁਸੀਂ ਵੀ ਵਿਚਾਰ ਸਾਂਝੇ ਕਰਨੇ ਹੋਣ ਤਾਂ ਆਪਾਂ 1-2 ਮਿੰਟ, ਹੁਣ ਆਪਣੇ ਕੋਲ 2:50 ਹੋਏ ਨੇ, ਸੋ 2:57 ਤੱਕ 7 ਮਿੰਟ ਦਾ ਸਮਾਂ ਸਾਡੇ ਕੋਲ, ਸੋ ਫਿਰ ਅਸੀਂ ਸਮਾਪਤ ਕਰਾਂਗੇ ਸਾਡੀ ਇਸ ਗੱਲ ਨੂੰ। ਤੁਸੀਂ ਕਾਲ ਕਰ ਸਕੋਗੇ 905-601-1350 ਤੇ ਬਲ ਸਾਹਿਬ, ਜਿਹੜੀ ਨੌਜਵਾਨੀ ਦੀ ਤੁਸੀਂ ਗੱਲ ਕੀਤੀ ਹੈ, ਉਹਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਜਿਹੜੇ ਸਾਡੇ ਕਲਾਕਾਰ ਭਾਈਚਾਰਾ ਹੈ, ਜਿਨ੍ਹਾਂ ਦੇ ਵਿੱਚ ਗੀਤਕਾਰ ਜਾਂ ਗਾਇਕ ਜਾਂ ਹੋਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਨੌਜਵਾਨ ਹੈ, ਉਹਦੀ ਜਿਹੜੀ ਸ਼ਿਰਕਤ ਸੀ, ਉਹਨਾਂ ਦੀ ਇਨਵੋਲਵਮੈਂਟ ਸੀ ਜਿਹੜੀ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਨੌਜਵਾਨਾਂ ਤੋਂ ਬਗੈਰ ਤੇ ਕੋਈ ਗੱਲ ਚੱਲ ਨਹੀਂ ਸਕਦੀ। ਇਹ ਨੌਜਵਾਨ ਹੀ ਜਿਹੜੇ ਐਨਰਜੀ ਹੁੰਦੀ ਹੈ ਕੌਮ ਦੀ, ਤੇ ਉਦੋਂ ਜੋਸ਼ ਜ਼ਿਆਦਾ ਹੁੰਦਾ ਹੈ, ਥੋੜ੍ਹੀ ਜਿਹੀ ਹੋਸ਼ ਘੱਟ ਹੁੰਦੀ ਹੈ। ਪਰ ਮੈਂ ਸਮਝਦਾ ਦੂਸਰੀ ਤੁਸੀਂ ਕਲਾਕਾਰ, ਉੱਥੇ ਮੈਂ ਸਮਝਦਾ ਕਿ ਕਲਾਕਾਰ ਨਹੀਂ, ਉੱਥੇ ਪੰਜਾਬ ਦੇ ਹਰ ਵਰਗ ਦੇ ਬੰਦੇ ਨੇ ਸਾਥ ਦਿੱਤਾ ਹੈ ਜੀ। ਹਾਂਜੀ, ਜੇ ਕਿਸੇ ਕੋਲ 10 ਰੁਪਏ ਸਨ, ਮੈਂ ਸੁਣ ਰਿਹਾ ਸਾਂ ਅੱਜ ਸਵੇਰੇ ਜਤਿੰਦਰ ਪੰਨੂ ਸਾਹਿਬ ਨੂੰ, ਉਹ ਕਹਿੰਦੇ ਨੇ ਮੁਕਤਸਰ ਦੇ ਵਿੱਚ ਇੱਕ ਰਕਸ਼ੇ ਵਾਲੇ ਨੇ ਰਕਸ਼ਾ ਰੋਕ ਕੇ ਉਹਨਾਂ ਨੂੰ, ਜਿਹੜਾ ਉੱਥੇ ਮੋਰਚਾ ਲੱਗਾ ਸੀ, ਉਹਨੂੰ ਕਹੋ, ਕਹਿੰਦਾ ਬਾਅਦ 10 ਰੁਪਏ ਬਚੇ ਨੇ, 10 ਰੁਪਏ ਤੁਸੀਂ ਲੈ ਲਓ। ਔਰ ਜਿਹੜਾ ਮਜ਼ਦੂਰ ਨੇ, ਕਈਆਂ ਨੇ ਦਿਹਾੜੀ ਦੇ ਦਿੱਤੀ, ਔਰ ਪਿੰਡਾਂ ਦੇ ਵਿੱਚੋਂ ਮਜ਼ਦੂਰ ਵੀ ਗਏ, ਕਿਸਾਨ ਵੀ ਗਏ, ਵੱਡੇ ਲੋਕ ਵੀ ਗਏ, ਛੋਟੇ ਲੋਕ ਵੀ ਗਏ। ਨੌਜਵਾਨ ਤੇ ਰੀੜ੍ਹ ਦੀ ਹੱਡੀ ਹੋਇਆ ਕਰਦੇ ਨੇ ਜੀ ਕਿਸੇ ਵੀ ਮੋਰਚੇ ਦੇ ਵਿੱਚ, ਪਰ ਉਹਨਾਂ ਦਾ ਅਨੁਭਵ ਘੱਟ ਹੋਇਆ ਕਰਦਾ ਹੈ। ਪਰ ਜੇ ਉਹਨਾਂ ਦੀ ਲੀਡਰਸ਼ਿਪ ਸੁਹਿਰਦ ਹੋਵੇ, ਸਿਆਣੀ ਹੋਵੇ, ਤੇ ਉਹਨਾਂ ਨੂੰ ਫੇਰ ਵੀ ਆਪਣੇ ਪਰਾਂ ਥੱਲੇ ਲੈ ਲੈਂਦੀ ਹੈ। ਜੇ ਕਿਤੇ ਨਾ ਕਿਤੇ ਕੋਈ ਜੋਸ਼ ਦੇ ਵਿੱਚ ਆ ਕੇ ਗਲਤੀ ਹੋ ਵੀ ਜਾਂਦੀ ਹੈ ਜਾਂ ਹੋਈਆਂ ਵੀ ਹੋਣਗੀਆਂ, ਔਰ ਉਹਨਾਂ ਨੂੰ ਵੀ ਉਹ ਸੰਭਾਲ ਲੈਂਦੀ ਹੈ। ਪਰ ਨੌਜਵਾਨ ਤਾਂ ਮੈਂ ਸਮਝਦਾ ਨੌਜਵਾਨਾਂ ਤੋਂ ਬਗੈਰ ਤਾਂ ਕੋਈ ਗੱਲ ਬਣ ਨਹੀਂ ਜੀ ਸਕਦੀ, ਕਿਸੇ ਕੌਮ ਦੀ ਵੀ ਨਹੀਂ ਬਣ ਸਕਦੀ। ਸੋ ਨੌਜਵਾਨ ਜਿਹੜੇ
ਉਹ ਸਾਡੇ ਫਿਊਚਰ ਦੇ ਲੀਡਰ ਨੇ ਤੇ ਅੱਜ ਸਾਡੀ ਉਹ ਸ਼ਕਤੀ ਨੇ। ਵੈਰੀ ਗੁੱਡ। ਸੋ ਆਪਾਂ ਬਲ ਸਾਹਿਬ 2-3 ਕਾਲਰ ਆਪਣੇ ਨਾਲ ਨੇ ਜੀ, ਆਪਾਂ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਨਾਲ ਸੁਣ ਲੈਂਦੇ, ਦੇਖਦੇ ਕੀ ਕਹਿੰਦੇ ਨੇ, ਕੀ ਵਲਵਲੇ ਨੇ ਮਨ ਦੇ ਵਿੱਚ। ਕਲਾਕਾਰਾਂ ਬਾਰੇ ਤੁਸੀਂ ਕਿਹਾ ਜੀ, ਕਲਾਕਾਰ ਤੇ ਮੈਂ ਸਮਝਦਾ ਕਿ ਸਾਰੇ ਹੀ ਉੱਥੇ ਪਹੁੰਚੇ ਸਨ ਜੀ। ਹਾਂਜੀ। ਔਰ ਹਰ ਕਿਸੇ ਨੇ ਆਪਣੀ ਹਾਜ਼ਰੀ ਲਵਾਈ ਹੈ। ਪੰਜਾਬ ਦਾ ਕੋਈ ਵੀ ਐਸਾ ਕਲਾਕਾਰ ਨਹੀਂ ਹੋਏਗਾ, ਕੋਈ ਸਟੇਜ ਦਾ ਹੋਵੇ, ਕੋਈ ਫਿਲਮਾਂ ਦਾ ਹੋਵੇ, ਕੋਈ ਗੀਤਕਾਰ ਹੋਵੇ, ਕੋਈ ਲਿਖਣ ਵਾਲਾ ਹੋਵੇ, ਕੋਈ ਧਾਰਮਿਕ ਬੰਦਾ ਹੋਵੇ, ਕੋਈ ਕਾਮਰੇਡ, ਸਾਰਿਆਂ ਨੂੰ ਉੱਥੇ ਜਾ ਕੇ ਹਾਜ਼ਰੀ ਲਵਾਈ ਹੈ ਤੇ ਸਾਰਿਆਂ ਦਾ ਧੰਨਵਾਦ। ਬਿਲਕੁਲ। ਸੋ ਆਪਾਂ 1-2 ਕਾਲਸ ਲੈਣੇ ਆ ਜੀ। ਦੋਸਤੋ ਤੁਸੀਂ ਹੋਲਡ ਰੱਖਿਓ, ਮੈਂ 1 ਬਾਏ 1 ਔਨ 에ਅਰ ਕਰਦਾ। ਪਹਿਲਾਂ ਸਾਡੇ ਨਾਲ ਐਚ ਮੰਗਟ ਹੋਰੀ ਨੇ, ਫਿਰ ਉਸ ਤੋਂ ਬਾਅਦ 3834 ਵਾਲੇ ਕਾਲਰ, ਫਿਰ 9273 ਨੰਬਰ। ਇਹੀ 3 ਕਾਲਸ ਔਨ 에ਅਰ ਕਰਾਂਗੇ ਤੇ ਫਿਰ ਆਪਾਂ ਸਮਾਪਤ ਕਰਦੇ ਹਾਂ। ਮੰਗਟ ਸਾਹਿਬ ਤੁਸੀਂ ਆਉਂਦੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਜਿੰਦਰ ਜੀ, ਪਲ ਸਾਹਿਬ ਜੀ। ਤੁਸੀਂ ਜੋਸ਼ ਦੀ ਗੱਲ ਕੀਤੀ ਹੈ, ਹੋਸ਼ ਦੀ। ਤੇ ਜਦੋਂ 26 ਨਵੰਬਰ ਤੇ ਉਹ ਜੋਸ਼ ਭਰਨ ਵਾਸਤੇ ਕੋਈ ਚੀਜ਼ ਚਾਹੀਦੀ, ਲੜਾਈ ਲੜਦੇ ਲੱਗਦੀ ਆ, ਮਿਲਟਰੀ ਜੋਸ਼ ਭਰਿਆ ਜਾਂਦਾ ਹੁੰਦਾ ਵੇ, ਤੂੰ ਹੈ ਨਹੀਂ ਅਸੀਂ ਹੈ ਨਹੀਂ, ਇੱਕ ਪਾਸਾ ਹੁੰਦਾ। 26 ਨਵੰਬਰ ਪੇਚਾ ਗਾਣਾ ਆਇਆ ਸੀ ਗਰੇਵਾਲ ਦਾ, ਉਹ ਨੌਜਵਾਨੀ ਜੋਸ਼ ਭਰਤਾ ਸੀ ਚੀਜ਼ ਉਹਨੇ ਵੀ ਕੋਈ ਗੱਲ ਨਹੀਂ, ਹੁਣ ਜਾਣਾ ਹੀ ਪੈਣਾ, ਕੁਛ ਵੀ ਹੋ ਜਾਵੇ। ਤੇ ਨੰਬਰ 2 ਤੇ 26 ਜਨਵਰੀ ਨੂੰ ਪ੍ਰੋਬਲਮ ਆਈ ਸੀਗੀ ਵੀ ਇੱਕ ਵਾਰ ਡਾਊਨ ਹੋ ਗਿਆ ਸੀ। ਇੱਕ ਰਕੇਸ਼ ਟਕੈਤ ਦਾ ਵੀ ਕਰੇ ਨਾਂ ਨਹੀਂ ਭੁੱਲਣਾ ਚਾਹੀਦਾ, ਜਿਹਨੇ ਮੁੜ ਕੇ ਕਿਸਾਨੀ ਅੰਦੋਲਨ ਨੂੰ ਮੁੜ ਕੇ ਲੀਹ ਤੇ ਲਿਆਤਾ ਪੂਰੇ ਟਾਪ ਦੀ ਸਪੀਡ ਤੇ ਜਾ ਕੇ। ਇਹ ਦੋਨੇ ਗੱਲਾਂ ਨੇ, ਯਾਨੀ ਕਿ ਬਰਾਬਰ ਚੱਲ ਕੇ ਤਾਂ ਅੱਜ ਬੰਦੇ ਜਿੱਤ ਪ੍ਰਾਪਤ ਹੋਈ ਹੈ। ਜੇ ਆਪਾਂ ਇਕੱਲਾ ਮੂਨ ਰੱਖੀਏ, ਚੁੱਪੇ ਰਹੀਏ, ਤਾਂ ਵੀ ਜਵਾਨੀ ਜੋਸ਼ ਨਹੀਂ ਭਰ ਸਕਦੇ ਜੀ ਆਪਾਂ। ਦੋਨੇ ਚੀਜ਼ਾਂ ਜੋਸ਼ ਦੇ ਨਾਲ ਹੀ ਕੰਮ ਚੱਲਦਾ ਜੀ ਉਹਨਾਂ ਦਾ। ਬਿਲਕੁਲ ਠੀਕ ਹੈ ਸਰ। ਬਿਲਕੁਲ ਜੀ ਮੰਗਟ ਸਾਹਿਬ, ਇਹਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਮੁਲਾਂਕਣ ਕਰਦੇ ਰਹਾਂਗੇ। ਬਲ ਸਾਹਿਬ ਕੀ ਕਹੋਗੇ, ਰਕੇਸ਼ ਟਕੈਤ ਹੋਰਾਂ ਦਾ ਜਿਹੜਾ ਇਸ ਅੰਦੋਲਨ ਦੇ ਵਿੱਚ ਤੁਸੀਂ ਉਹਨਾਂ ਦਾ ਰੋਲ ਰਿਹਾ, ਉਹਦੇ ਤੇ ਕੀ ਕਹੋਗੇ? ਬਹੁਤ ਵੱਡਾ ਰੋਲ ਹੈ ਜੀ ਉਹਨਾਂ ਦਾ। ਉਹ ਇਤਿਹਾਸ ਉਹਨਾਂ ਨੂੰ ਯਾਦ ਕੀਤਾ ਜਾਵੇਗਾ। ਰੋਲ ਹਾਲੇ ਖਤਮ ਨਹੀਂ ਉਹਨਾਂ ਦਾ ਹੋਇਆ। ਹਾਂਜੀ। ਕਿਸਾਨ ਲੀਡਰਸ਼ਿਪ ਕਿਉਂਕਿ ਵੱਡੀ ਜਿਹੜੀ ਯੂਪੀ ਵਾਲੀ ਸਾਈਡ ਨੂੰ ਜਿਸ ਤਰੀਕੇ ਦੇ ਨਾਲ ਜਿੰਨਾ ਪ੍ਰਭਾਵ ਉਧਰ ਸਾਰੀ ਯੂਪੀ ਦੇ ਵਿੱਚ ਜਿੰਨਾ ਵੀ ਸੰਘਰਸ਼ ਹੋਇਆ ਜਾਂ ਹਰਿਆਣੇ ਦੇ ਵਿੱਚ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਪਹਿਲਾਂ ਮੈਂ ਕਹਿ ਚੁੱਕਾ ਹਾਂ ਕਿ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਹੈ। ਹਾਂਜੀ। ਇਹ ਗੱਲ ਖਤਮ ਨਹੀਂ ਹੋ ਗਈ। ਇਹਨਾਂ 3 ਕਾਨੂੰਨ ਜਿਹੜੇ ਰੱਦ ਕਰਨ ਦੇ ਨਾਲ ਹੋਰ ਸਾਡੀਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਜੀ। ਉੱਥੇ ਬਿਜਲੀ ਦਾ ਸੰਕਟ ਹੈ, ਉੱਥੇ ਪਾਣੀਆਂ ਦਾ ਸੰਕਟ ਹੈ, ਉੱਥੇ ਕਰਪਸ਼ਨ ਹੈ, ਉੱਥੇ ਵੱਡੇ ਰਾਜਨੀਤਿਕ ਡਾਕੂ ਬੈਠੇ ਨੇ। ਸਾਡੀ ਉੱਥੇ ਇਲੈਕਸ਼ਨ ਆਉਣ ਵਾਲੀ ਹੈ, ਉਹ ਉੱਥੇ ਆਪਾਂ ਕਿਵੇਂ ਸਾਡੇ ਮੂਹਰੇ ਤੇ ਬਹੁਤ ਵੱਡੇ ਚੈਲੰਜ ਨੇ। ਚਲੋ, ਇੱਕ ਬਹੁਤ ਵੱਡਾ ਜਿਹੜਾ ਸਾਡੀ એનર્ਜੀ ਵੇਸਟਿੰਗ ਇੱਕ ਬਹੁਤ ਵੱਡਾ ਮਸਲਾ ਸੀਗਾ, ਇਹ ਹੱਲ ਹੋ ਗਿਆ। ਇਸ ਲਈ ਦੋਨਾਂ ਤਰ੍ਹਾਂ ਦਾ ਬਹੁਤ ਧੰਨਵਾਦ। ਔਰ ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹੋ। ਜਿਹੜੇ ਅਗਲੇ ਸਾਡੇ ਆਵਰਸ ਹੋਣਗੇ, ਉਹਦੇ ਵਿੱਚ ਉਹ ਜਿਹੜੇ ਸਿਆਸੀ ਤਾਣੇ ਬਾਣੇ ਦੀ ਵੀ ਅਸੀਂ ਗੱਲ ਕਰਨੀ ਹੈ, ਜਿਹਦੇ ਵਿੱਚ ਸਾਡੇ ਕੁਝ ਖਾਸ ਮਹਿਮਾਨ ਜੁੜਨੇ ਆ, ਜਿਹਦੇ ਵਿੱਚ ਹੈਰੀ ਧਾਲੀਵਾਲ ਹੋਰੀ ਕੁਝ ਮਿੰਟ ਲਈ ਸਾਡੇ ਨਾਲ ਹੋਣਗੇ। ਇਸ ਤੋਂ ਇਲਾਵਾ ਬੌਬੀ ਸਿੱਧੂ ਹੋਰੀ, ਗੁਰਸ਼ਨ ਬੌਬੀ ਸਿੱਧੂ ਹੋਰਾਂ ਦੇ ਨਾਲ ਵੀ ਅਸੀਂ ਅੱਜ ਦੇ ਪ੍ਰੋਗਰਾਮ 'ਚ ਅੱਗੇ ਚੱਲ ਕੇ ਗੱਲ ਕਰਨੀ ਹੈ। ਔਰ ਤੁਹਾਡੀਆਂ ਕਾਲਸ ਵੀ ਔਨ 에ਅਰ ਕਰਾਂਗੇ। ਅਫਕੋਰਸ ਇਹ ਸਾਰੇ ਦੇ ਸਾਰੇ ਜਿਹੜੇ ਪੱਖ ਨੇ ਉਹ 1 ਬਾਏ 1 ਅਸੀਂ ਅੱਜ ਦੇ ਪ੍ਰੋਗਰਾਮ 'ਚ ਵੀ ਔਰ ਆਉਣ ਵਾਲੇ ਦਿਨਾਂ 'ਚ ਵੀ ਸਾਂਝੇ ਕਰਦੇ ਰਹਿਣਾ। ਨੈਕਸਟ ਕਾਲਰ ਸਾਡੇ 3834 ਨੰਬਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਰ, ਕੀ ਸ਼ੁਭ ਨਾਮ ਤੁਹਾਡਾ? ਸੁਖਦੇਵ ਸਿੰਘ ਢਿੱਲੋਂ ਮੇਰਾ ਨਾਮ ਹੈ ਜੀ। ਢਿੱਲੋਂ ਸਾਹਿਬ, ਕੀ ਹਾਲ ਹੈ ਜੀ? ਮੈਂ ਬਿਲਕੁਲ ਠੀਕ ਹਾਂ ਜੀ। ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਸਾਇੰਸ ਦੇ ਯੁੱਗ ਦੇ ਵਿੱਚ ਅਸੀਂ ਸਵਾਲ ਕਰਨ ਲੱਗ ਪਏ ਸੀ, ਪਰ ਮੈਂ ਅੱਜ ਦੀ ਜਿਹੜੀ ਜੋ ਅੱਜ ਹੋਇਆ ਆ, ਇਹਨੇ ਸਾਬਤ ਕਰ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਅੱਜ ਵੀ ਸਾਡੇ ਵਿੱਚ ਨੇ। ਉਹਨਾਂ ਦੀ ਕਿਰਪਾ ਸਾਡੇ ਉੱਤੇ ਦਿਵ ਦ੍ਰਿਸ਼ਟੀ ਬਣੀ ਹੋਈ ਹੈ। ਜਿਹੜਾ ਕਹਿੰਦੇ ਸੀ ਨਾ ਕਿ ਰਾਜਾ ਦਾ ਹੰਕਾਰ, ਕਿ ਗੁਰੂ ਨਾਨਕ ਸਾਹਿਬ ਨੇ ਬਾਬਰ ਵੇਲੇ ਬਾਬਰ ਨੂੰ ਇਹ ਕਿਹਾ ਸੀ। ਸੋ ਹੁਣ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ। ਸੋ ਇਹ ਉਹਦੀ ਕਿਰਪਾ ਹੋਈ ਹੈ, ਸਭ ਤੋਂ ਪਹਿਲੀ ਗੱਲ। ਦੂਸਰੀ ਗੱਲ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਅਸੀਂ ਲੋਕਾਂ ਨੇ ਉਹ ਆਜ਼ਾਦੀ ਦੀ ਲੜਾਈ ਦੇਖੀ ਨਹੀਂ, ਲੇਕਿਨ ਉਹਦੇ ਬਾਰੇ ਪੜ੍ਹਿਆ ਅਸੀਂ। 1900 ਜਿਹੜਾ ਹੈਗਾ ਸੀ ਜਲਿਆਂਵਾਲਾ ਬਾਗ, ਉਹਦੀਆਂ ਪਿਕਚਰਸ ਦੇਖੀਆਂ। ਉਹਦੇ ਵਿੱਚ ਅਸੀਂ ਮੁਸਲਮਾਨਾਂ ਨੂੰ, ਉਹਦੇ ਵਿੱਚ ਅਸੀਂ ਸਿੱਖਾਂ ਨੂੰ, ਉਹਦੇ ਵਿੱਚ ਅਸੀਂ ਕ੍ਰਿਸਚੀਅਨ ਨੂੰ, ਉਹਦੇ ਵਿੱਚ ਅਸੀਂ ਹਿੰਦੂਆਂ ਨੂੰ, ਸਾਰਿਆਂ ਨੂੰ ਇੱਕ ਮੰਤਵ ਲਈ ਲੜਦੇ ਹੋਏ ਦੇਖਿਆ। ਇਹ ਜਿਹੜਾ ਕਿਸਾਨੀ ਮੋਰਚਾ ਸੀ ਨਾ, ਇਹਨੇ ਸਾਨੂੰ ਪ੍ਰਤੱਖ ਤੌਰ ਤੇ ਇਸ ਪੀੜ੍ਹੀ ਨੂੰ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੁਣ ਜੰਗ ਹੋ ਰਹੀ ਹੈ, ਤੇ ਜਿਹੜੀ ਸਾਡੀ ਇਸ ਵੇਲੇ ਬਜ਼ੁਰਗ ਪੀੜ੍ਹੀ ਹੈ, ਇਹਨਾਂ ਤਿੰਨਾਂ ਪੀੜ੍ਹੀਆਂ ਨੂੰ ਇੱਕ ਉਹ ਸੁਨੇਹਾ ਦਿੱਤਾ ਕਿ ਆਜ਼ਾਦੀ ਦੇ ਵਿੱਚ ਵੀ ਇਹੋ ਕੁਝ ਸੀ, ਜਿਹੜੀ ਇੱਕ ਸੁਰਤਾ ਹੁਣ ਆਈ ਹੈ। ਇਹ ਇੱਕ ਕਿਸਾਨੀ ਸੰਘਰਸ਼ ਦੀ ਇੱਕ ਬਹੁਤ ਵੱਡੀ ਦੇਣ ਆ। ਤੀਸਰੀ ਗੱਲ, ਜਿਹੜੇ ਲੋਕ ਕਹਿੰਦੇ ਨੇ ਕਿ ਸ਼ਾਂਤਮਈ ਜਿਹੜੇ ਸੰਘਰਸ਼ ਹੁੰਦੇ ਨੇ ਉਹਨਾਂ 'ਚ ਜਿੱਤ ਘੱਟ ਹੁੰਦੀ ਹੈ, ਇਹ ਗੱਲ ਸਾਬਤ ਹੋਈ ਹੈ ਕਿ ਸੰਵਾਦ ਜਿਹੜਾ ਆ ਉਹ ਵਿਵਾਦ ਨਾਲੋਂ ਜ਼ਿਆਦਾ ਬਿਹਤਰ ਅਸਰ ਕਰਦਾ ਆ। ਸੋ ਇਸ ਕਰਕੇ ਮੈਂ ਤਾਂ ਇਹੀ ਕਹਾਂਗਾ ਕਿ ਇਹ ਕਿਸਾਨੀ ਸੰਘਰਸ਼ ਨੇ ਆਉਣ ਵਾਲੇ ਸਮੇਂ 'ਚ ਜਦੋਂ ਇਤਿਹਾਸ ਲਿਖਿਆ ਜਾਊਗਾ। ਬਾਕੀ ਰਹੀ ਗੱਲ, ਜੇ ਇਸ ਪੂਰੇ ਸੰਘਰਸ਼ ਦੇ ਵਿੱਚ ਟਰਨਿੰਗ ਪੁਆਇੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬ ਦੇ ਲੋਕਾਂ ਦੀ ਫਰਾਖ ਦੇ ਲਈ
ਕਿ ਏਡੇ ਵੱਡੇ ਸੰਘਰਸ਼ ਦੇ ਵਿੱਚ ਲਗਾਤਾਰ ਲੰਗਰਾਂ ਉਹ ਪੰਜਾਬ ਤੇ ਹਰਿਆਣੇ ਦੀ ਹੌਸਪਿਟੈਲਿਟੀ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਇੱਕ ਵਿਲ ਪਾਵਰ ਹੈ, ਇੱਕ ਜੇਦ ਆ, ਇੱਕ ਸਿਰੜ ਆ, ਇੱਕ ਹਾਰਟ ਆ, ਉਹ ਜਿੱਤਿਆ। ਤੇ ਰਕੇਸ਼ ਟਕੈਤ ਦਾ ਉਹ ਦਿਨ 26 ਜਨਵਰੀ ਤੋਂ ਬਾਅਦ ਜਿਹੜਾ ਉਹਦਾ ਇੱਕ ਅਥਰੂ ਸੀ, ਉਹਦੇ ਉੱਥੋਂ ਦੇ ਲੋਕਾਂ ਨੇ ਉਹਦਾ ਮੁੱਲ ਪਾਇਆ ਤੇ ਇਹ ਦੁਬਾਰਾ ਮੋਰਚਾ ਜਿਹੜਾ ਅੱਜ ਜਿੱਤ ਤੇ ਪਹੁੰਚਿਆ। ਮੇਰੇ ਹਿਸਾਬ ਨਾਲ ਇਹ ਜਿਹੜਾ ਹੈ ਇਹ ਇੱਕ ਬਹੁਤ ਵੱਡੀ ਦੇਣ ਦੇ ਕੇ ਗਿਆ ਆਉਣ ਵਾਲੇ ਸਮਾਜ ਲਈ। ਜੋ ਕੁਝ ਇਸ ਵੇਲੇ ਢਾਂਚਾ ਪੋਲੀਟੀਕਲ ਹੋਇਆ ਸੀ, ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਬਦਲ ਜਾਏਗਾ। ਬੜੀ ਮਿਹਰਬਾਨੀ ਢਿੱਲੋਂ ਸਾਹਿਬ, ਧੰਨਵਾਦ ਜੀ। ਬਹੁਤ ਪਿਆਰੇ ਵਿਚਾਰ ਦਿੱਤੇ, ਬੜੇ ਵਧੀਆ। ਤੁਸੀਂ ਆਪਣੇ ਥੋੜੇ ਸ਼ਬਦਾਂ ਦੇ ਵਿੱਚ ਕਾਫੀ ਵੱਡੀਆਂ ਗੱਲਾਂ 'ਚ ਕਾਫੀ ਇੰਪੋਰਟੈਂਟ ਗੱਲਾਂ ਜਿਹੜੀਆਂ ਕਵਰ ਕੀਤੀਆਂ। ਇਸ ਤੋਂ ਪਹਿਲਾਂ ਕਿ ਅਗਲੀ ਕਾਲ ਤੇ ਚੱਲੀਏ, ਬਲ ਸਾਹਿਬ ਤੁਸੀਂ ਕੌਮੈਂਟ ਕਰਨਾ ਚਾਹੋ ਢਿੱਲੋਂ ਸਾਹਿਬ ਦੀ ਗੱਲਬਾਤ ਤੇ? ਨਹੀਂ, ਬੜੇ ਵਧੀਆ ਕੌਮੈਂਟਸ ਨੇ ਇਹਨਾਂ ਦੇ, ਬਿਲਕੁਲ ਸਾਂਝੀ ਜਿੱਤ ਹੈ ਜੀ। ਇੱਕ ਸਮੁਦਾਇ ਦੀ, ਇੱਕ ਧਰਮ ਦੀ, ਇੱਕ ਕਿਸੇ ਟਰਾਈਬ ਦੀ ਜਿੱਤ ਨਹੀਂ ਹੈ। ਇਹਦੇ ਵਿੱਚ ਦਰਅਸਲ ਸਾਰੇ ਹਿੰਦੁਸਤਾਨ ਦੇ ਲੋਕ ਇਨਵੋਲਵ ਸਨ। ਅਸੀਂ ਨਾਰਥ ਇੰਡੀਆ ਵਾਲੇ ਤੇ ਕੁਝ ਜ਼ਿਆਦਾ ਸਾਂ, ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਤੇ ਯੂਪੀ ਤੇ ਉੱਤਰਾਖੰਡ ਵਗੈਰਾ। ਪਰ ਇਹ ਤੇ ਕੰਨਿਆ ਕੁਮਾਰੀ ਤੱਕ ਲੋਕ ਉੜੀਸਾ ਤੋਂ ਬੱਸਾਂ ਭਰ ਕੇ ਲੈ ਕੇ ਤਾਮਿਲਨਾਡੂ ਤੇ ਆਉਂਦੇ ਰਹੇ, ਬੰਗਾਲ ਤੋਂ ਵੀ ਆਉਂਦੇ ਰਹੇ। ਔਰ ਆਪਾਂ ਦੇਖਿਆ ਇਹ ਸਮੁੱਚਾ ਜਿਹੜਾ ਕਿਸਾਨ ਭਾਈਚਾਰਾ ਹੈ ਹਿੰਦੁਸਤਾਨ ਦਾ, ਉਹਨਾਂ ਸਾਰਿਆਂ ਦੀ ਜਿੱਤ ਮੈਂ ਸਮਝਦਾ ਜੀ। ਬਿਲਕੁਲ ਜੀ। ਸੋ ਲਾਸਟ ਕਾਲ ਲੈ ਕੇ ਦੋਸਤੋ ਫਿਰ ਅਸੀਂ ਬਲ ਸਾਹਿਬ ਤੋਂ ਇਜਾਜ਼ਤ ਲੈਂਦੇ ਹਾਂ ਜੀ। 9273 ਨੰਬਰ। ਹੈਲੋ, ਹਾਂਜੀ 9273 ਆਈ ਗੈਸ ਹੋਲਡ ਤੇ ਗਏ ਨੇ ਜੀ। ਮੈਂ ਮਾਫੀ ਚਾਹਾਂਗਾ, ਉਹਨਾਂ ਦੀ ਲਾਈਨ ਮੈਂ ਡਰੋਪ ਕਰ ਰਿਹਾ। ਤੇ ਬਲ ਸਾਹਿਬ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਇੱਕ ਵਾਰ ਫਿਰ ਅਸੀਂ ਸਾਰੀ ਕਮਿਊਨਿਟੀ ਨੂੰ, ਭਾਈਚਾਰੇ ਨੂੰ, ਸਾਡੇ ਜਿਹੜੇ ਕਿਸਾਨ ਦਰਦੀ, ਕਿਸਾਨਾਂ ਦੇ ਪੱਖ ਦੀ ਗੱਲ ਕਰਨ ਵਾਲੇ, ਕਿਸਾਨਾਂ ਦੇ ਦਰਦ ਦੀ ਗੱਲ ਕਰਨ ਵਾਲੇ, ਉਹਨਾਂ ਸਾਰੇ ਲੋਕਾਂ ਦੇ ਲਈ ਵੀ ਮੁਬਾਰਕਬਾਦ ਹੈ। ਤੇ ਜਿਹੜੇ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨਾਂ ਦੇ ਖਿਲਾਫ ਵੀ ਗੱਲ ਕਰਦੇ ਰਹੇ ਨੇ, ਜਾਂ ਕੋਈ ਨਾ ਕੋਈ ਥੋੜ੍ਹਾ ਬਹੁਤਾ ਉਹਨਾਂ ਦਾ ਰਵੱਈਆ ਕਹਿ ਲਈਏ, ਜਾਂ ਫਿਰ ਉਹਨਾਂ ਦੀ ਵਿਚਾਰਧਾਰਾ ਕਿਸੇ ਪੱਖ ਤੋਂ ਡਿਫਰੈਂਟ ਵੀ ਰਹੀ ਹੋਏਗੀ, ਮੈਨੂੰ ਲੱਗਦਾ ਕਿ ਸਾਨੂੰ ਵੱਡਾ ਦਿਲ ਦਿਖਾ ਕੇ ਹੁਣ ਉਹਨਾਂ ਲਈ ਵੀ ਦੁਆ ਕਰਨੀ ਚਾਹੀਦੀ ਹੈ। ਪਰ ਇਹ ਨਾ ਹੋਵੇ ਕਿ ਅਸੀਂ ਕਿਸੇ ਦੀ ਖਿੱਲੀ ਉਡਾਉਣ ਵੱਲ ਜਾਂ ਉਹਨਾਂ ਦਾ ਵਿਰੋਧ ਕਰਨ ਵੱਲ ਜਾਂ ਇਸ ਪਾਸੇ ਨੂੰ એનર્ਜੀ ਨਾ ਲੱਗ ਕੇ ਹੁਣ એનર્ਜੀ ਸਾਡੀ ਜਿਹੜੀ ਸਹੀ ਤਰੀਕੇ ਦੇ ਨਾਲ ਚੈਨਲਾਈਜ਼ ਕੀਤੀ ਜਾਵੇ। ਇਹ ਬਹੁਤ ਵੱਡਾ ਜਿਹੜਾ ਕਹਿ ਲਈਏ ਕਿ ਇੱਕ ਰੋਲ ਰਹੇਗਾ ਸਾਡੇ ਕਿਸਾਨ ਜਥੇਬੰਦੀਆਂ ਦਾ ਵੀ, ਤੇ ਬਾਕੀ ਹੋਰ ਜਿਹੜੇ ਸਾਡੇ ਸੁਹਿਰਦ, ਚਾਹੇ ਉਹ ਪੋਲੀਟੀਸ਼ੀਅਨਸ ਹੈ, ਚਾਹੇ ਉਹ ਸਮਾਜ ਸੇਵਕ ਨੇ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਇਸ ਅੰਦੋਲਨ ਨਾਲ ਜਾਂ ਪੰਜਾਬੀਆਂ ਨਾਲ ਜਾਂ ਭਾਰਤੀਆਂ ਦੇ ਨਾਲ ਜਿਹੜੇ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਜੁੜੇ ਹੋਏ ਸੀ, ਇਹ ਸਭ ਨੂੰ ਹੁਣ ਸਾਂਝੇ ਰੂਪ ਦੇ ਵਿੱਚ ਇਸ ਪਾਸੇ ਨੂੰ ਵੀ ਆਪਣੀ ਟੈਕਨੀਕੈਲਿਟੀਜ਼ ਜਾਂ ਫਿਰ ਜਿਹੜੀਆਂ ਵੀ ਕੋਈ ਕਾਨੂੰਨੀ ਸਲਾਹ ਮਸ਼ਵਰੇ ਦੀ ਗੱਲ ਹੋਵੇ, ਜਾਂ ਉਹ ਸੋਸ਼ਲ ਇੰਜੀਨੀਅਰਿੰਗ ਦੀ ਗੱਲ ਹੁੰਦੀ ਹੈ ਕਈ ਵਾਰੀ, ਜਾਂ ਪੋਲੀਟੀਕਲ ਇੰਜੀਨੀਅਰਿੰਗ ਦੀ ਗੱਲ ਹੁੰਦੀ ਹੈ, ਉਹ ਸਾਰੇ ਪਾਸੇ ਰੋਲ ਨਿਭਾਉਣੇ ਪੈਣੇ ਆ ਜੀ। ਬਿਲਕੁਲ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜਿਹੜੇ ਲੋਕ, ਬਹੁਤ ਸਾਰੇ ਲੋਕ ਗਿੱਲ ਸਾਹਿਬ ਇਸ ਤਰ੍ਹਾਂ ਹੁੰਦੇ ਨੇ ਕਿ ਉਹਨਾਂ ਦਾ ਜਾਂ ਲਾਈਫ ਸਟਾਈਲ ਜਾਂ ਜੈਨੇਟਿਕਲੀ ਜਾਂ ਉਹਨਾਂ ਦਾ ਜਨਰੇਸ਼ਨ ਵਾਈਜ਼ ਉਹਨਾਂ ਦਾ ਹੁੰਦਾ ਹੈ ਕਿ ਉਹ ਸਰਕਾਰ ਭਗਤੀ ਹੁੰਦੇ ਨੇ। ਸਰਕਾਰ ਠੀਕ ਕਹਿ ਦੇਵੇ, ਗਲਤ ਕਹਿ ਦੇ, ਉਹਨਾਂ ਨੇ ਪੈਰਾਂ 'ਚ ਪੈਰ ਰੱਖਣਾ ਹੈ, ਦੂਜਿਆਂ ਦੀ ਵਿਰੋਧਤਾ ਕਰਨੀ ਹੈ। ਤੇ ਕਈ ਵਿਰੋਧ ਇਸ ਕਰਕੇ ਵੀ ਧਰਮ ਬੇਸ ਤੇ ਵੀ ਕਰਦੇ ਨੇ, ਕਈ ਸ਼ਕਲ ਬੇਸ ਤੇ ਵੀ ਕਰਦੇ ਨੇ, ਵੱਖ-ਵੱਖ ਲੋਕਾਂ ਦੇ ਕਾਰਨ। ਕਈਆਂ ਨੇ ਲੋਕ ਸਰਕਾਰ ਦੇ ਕੋਲੋਂ ਆਪਣੀਆਂ ਕੁਛ ਰਵਾਇਤਾਂ ਲੈਣੀਆਂ ਹੁੰਦੀਆਂ, ਉਹ ਕਰਦੇ ਨੇ। ਉਹੀ ਸਭ ਤੋਂ ਜ਼ਿਆਦਾ ਜਿਹੜੇ ਵਿਰੋਧ ਕਰਦੇ ਸਨ ਇਸ ਮੂਵਮੈਂਟ ਦਾ, ਜਿਹੜੇ ਕਹਿੰਦੇ ਸਨ ਕਿ ਮੋਦੀ ਸਾਹਿਬ ਲੋਹ ਪੁਰਸ਼ ਹੈ, ਸਰਦਾਰ ਪਟੇਲ ਹੈ, ਝੁਕ ਨਹੀਂ ਸਕਦਾ, ਇਹ ਟੁੱਟ ਸਕਦਾ ਹੈ, ਨਹੀਂ ਇਹ ਕਰਤਾ ਉਹ ਕਰਤਾ, ਅੱਜ ਉਹ ਸਭ ਤੋਂ ਅੱਗੇ ਹੋ ਕੇ ਉਹੀ ਵਧਾਈਆਂ ਦੇ ਰਹੇ ਨੇ। ਅੱਜ ਮੋਦੀ ਸਾਹਿਬ ਨੂੰ ਕਹਿ ਰਹੇ ਨੇ ਤੁਸੀਂ ਬੜਾ ਚੰਗਾ ਕੰਮ ਕੀਤਾ। ਮੈਂ ਸਮਝਦਾ ਕਿ ਜਿਹੜਾ ਸਰਕਾਰ ਵਿਰੋਧੀ ਹੋਣਾ ਜਾਂ ਕਿਸੇ ਸੰਘਰਸ਼ 'ਚ ਕੋਈ ਮੋਰਚਿਆਂ ਤੇ ਜਾਣਾ, ਪ੍ਰੋਟੈਸਟ ਕਰਨਾ, ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਦੇਸ਼ ਵਿਰੋਧੀ ਉਸ ਵੇਲੇ ਹੋ ਕੇ ਕਿਸੇ ਨੂੰ ਗਦਾਰ ਕਹਿ ਦੇਣਾ, ਕਿਸੇ ਨੂੰ ਖਾਲਿਸਤਾਨੀ, ਕਿਸੇ ਨੂੰ ਨਕਸਾਈਟ ਕਹਿ ਦੇਣਾ, ਕਿਸੇ ਨੂੰ ਕਈ ਵੱਖਰੇ ਵੱਖਰੇ ਨਾਵਾਂ ਦੇ ਨਾਲ ਪੁਕਾਰਨਾ ਔਰ ਆਪਣੇ ਦਾਇਰੇ ਤੋਂ ਹੱਦ ਤੋਂ ਵੱਧ ਜਾ ਕੇ ਗੱਲਾਂ ਕਰਨੀਆਂ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ। ਅੱਜ ਉਹੀ ਲੋਕ ਜਿਹੜੇ ਸਿਫਤਾਂ ਕਰ ਰਹੇ ਨੇ। ਇਹ ਵੱਡੇ ਫੈਸਲੇ ਨੇ ਸਰਕਾਰਾਂ ਦੇ। ਉਹਨਾਂ ਦਾ ਜਿਵੇਂ ਪਹਿਲਾਂ ਕਿਹਾ, ਇੱਕ ਪਰਿਵਾਰ ਦਾ ਜਿਹੜਾ ਡਿਸਪਿਊਟ ਸੀਗਾ, ਉਹਨਾਂ ਦਾ ਇੰਟਰਨਲ ਜਿਹੜਾ ਮੈਟਰ ਸੀਗਾ ਹਿੰਦੁਸਤਾਨ ਦਾ, ਆਪਣੀ ਪ੍ਰਜਾ ਦੇ ਨਾਲ, ਆਪਣੇ ਲੋਕਾਂ ਦੇ ਨਾਲ, ਉਹਨਾਂ ਨੇ ਪੋਜ਼ੀਟਿਵ ਤਰੀਕੇ ਦੇ ਨਾਲ ਰਿਜ਼ੋਲਵ ਕਰ ਲਿਆ। ਤੇ ਮੈਂ ਸਮਝਦਾ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਪ੍ਰਕਾਸ਼ ਉਤਸਵ ਤੇ ਗੁਰੂ ਨਾਨਕ ਸਾਹਿਬ ਦਾ ਵਾਸਾ ਹੋਇਆ, ਉਹਨਾਂ ਦੀਆਂ ਬਲੈਸਿੰਗਸ ਹੋਈਆਂ ਨੇ, ਮੋਦੀ ਸਾਹਿਬ ਤੇ ਵੀ ਹੋਈਆਂ ਨੇ, ਸਾਡੇ ਸਾਰਿਆਂ ਤੇ ਹੋਈਆਂ। ਤੇ ਜਿਵੇਂ ਤੁਸੀਂ ਦੱਸਿਆ ਕਿ ਸਾਨੂੰ ਇਸ ਚੈਪਟਰ ਨੂੰ ਪਿੱਛੇ ਛੱਡ ਕੇ ਅਗਲੇ ਜਿਹੜਾ ਕੰਮ ਹੈ ਨਾ ਉਹ ਕਰਨਾ ਚਾਹੀਦਾ। ਸਰ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ। ਤੇ ਇੱਕ ਵਾਰ ਫਿਰ ਗੁਰਪੁਰਬ ਦੀਆਂ ਵੀ ਤੇ ਇਸ ਅੰਦੋਲਨ ਨੂੰ ਜਿੱਤਣ ਦੀਆਂ ਵੀ ਸਾਰੀ ਕਮਿਊਨਿਟੀ ਨੂੰ ਮੁਬਾਰਕਾਂ ਜੀ। ਤੁਹਾਨੂੰ ਵਧਾਈ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। For all the latest updates, please subscribe G Media Group and press the bell icon.